ਔਰ ਅਗਲੀ ਖਬਰ ਚਲਦੇ ਹਾਂ। ਬਰੈਂਪਟਨ ਸਿਟੀ ਵੱਲੋਂ ਸ਼ਹਿਰ ਦੀ ਇਕੋਨਮੀ ਤੇ ਲੋਕਾਂ ਦੀ ਮਦਦ ਦੇ ਵਾਸਤੇ 4 ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਔਰ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਇਸ ਸੰਬੰਧੀ ਸਾਡੀ ਸਹਿਯੋਗੀ ਜਸਲੀਨ ਕੌਰ ਨੂੰ ਜਾਣਕਾਰੀ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤੁਹਾਡੀ ਤੋਂ ਅਸੀਂ ਜਾਣਨਾ ਚਾਹਾਂਗੇ ਇਸ ਵੇਲੇ ਜੇ ਅਸੀਂ ਓਨਟਾਰੀਓ ਦੀ ਸਿਚੁਏਸ਼ਨ ਦੇਖੀਏ ਤੇ ਓਨਟਾਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਿਸ ਕਨਫਰਮ ਹੋਏ ਨੇ ਔਰ ਓਨਟਾਰੀਓ ਦੇ ਵਿੱਚ ਟੋਰਾਂਟੋ ਐਂਡ ਪੀਲ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਨੇ। ਜੇ ਅਸੀਂ ਬਰੈਂਪਟਨ ਦੀ ਗੱਲ ਕਰੀਏ ਪਾਰਟਿਕੂਲਰਲੀ ਤੇ ਕਿੰਨੇ ਕੇਸਿਸ ਬਰੈਂਪਟਨ ਦੇ ਵਿੱਚ ਕਨਫਰਮ ਹੋਏ ਨੇ? ਉਹ ਐਬਸੋਲੂਟਲੀ ਹੁਣ ਇਸ ਵਕਤ ਓਨਟਾਰੀਓ ਦੇ ਵਿੱਚ 375 ਕਨਫਰਮਡ ਕੇਸਿਸ ਨੇ ਆਪਣੇ ਕੋਵਿਡ-19 ਦੇ। ਕੈਨੇਡਾ ਵਾਈਡ 1300 ਨੇ ਤੇ 19 ਡੈਥਸ ਹੋਈਆਂ ਨੇ। ਕਰੰਟਲੀ ਸਾਡੇ ਬਰੈਂਪਟਨ ਦੇ ਵਿੱਚ ਅਸੀਂ ਐਜ਼ ਅ ਰੀਜਨ ਅਸੀਂ ਕੈਲਕੂਲੇਟ ਕਰਦੇ। ਸੋ ਅਸੀਂ ਮਿਸਿਸਾਗਾ ਤੇ ਕੈਲਗਰੀ ਦੇ ਨਾਲ ਅਸੀਂ ਪੀਲ ਰੀਜਨ ਦੇ ਵਿੱਚ ਇੰਕਲੂਡਡ ਹਾਂ। ਸੋ ਇੱਥੇ 37 ਹੁਣ ਇਸ ਵਕਤ ਕੇਸਿਸ ਨੇ ਪੀਲ ਰੀਜਨ ਦੇ ਵਿੱਚ। ਜੀ ਕੁਝ ਐਸੈਂਸ਼ੀਅਲ ਸਰਵਿਸਿਜ਼ ਹੀ ਓਪਨ ਹੈਗੀਆਂ ਨੇ, ਜਿਸ ਤਰ੍ਹਾਂ ਓਨਟਾਰੀਓ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਕਿ ਸਿਰਫ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਨੇ ਉਹੀ ਓਪਨ ਰਹਿਣ। ਲੇਕਿਨ ਅਸੀਂ ਜੇ ਬਰੈਂਪਟਨ ਦੀ ਖਾਸ ਕਰਕੇ ਗੱਲ ਕਰੀਏ ਤੇ ਕੁਝ ਫੈਕਟਰੀਜ਼ ਹਲੇ ਵੀ ਓਪਨ ਨੇ, ਕੁਝ ਕਾਰ ਡੀਲਰਸ਼ਿਪਸ ਹਲੇ ਵੀ ਓਪਨ ਨੇ। ਵੈਨਕੂਵਰ ਨੇ ਜਿਸ ਤਰ੍ਹਾਂ ਅਨਾਉਂਸ ਕੀਤਾ ਹੈ ਕਿ ਜੇਕਰ ਨਾਨ ਐਸੈਂਸ਼ੀਅਲ ਬਿਜ਼ਨੈਸਿਸ ਓਪਨ ਨੇ ਤੇ ਉਹਨਾਂ ਉੱਤੇ ਫਾਈਨ ਇੰਪੋਜ਼ ਕੀਤਾ ਜਾਏਗਾ। ਪਰ ਜੇ ਅਸੀਂ ਬਰੈਂਪਟਨ ਦੀ ਗੱਲ ਕਰੀਏ ਕੀ ਸਿਟੀ ਇਸ ਸੰਬੰਧੀ ਵਿਚਾਰ ਕਰ ਰਹੀ ਹੈ ਕਿ ਜਿਹੜੇ ਨਾਨ ਐਸੈਂਸ਼ੀਅਲ ਬਿਜ਼ਨੈਸਿਸ ਵਾਲੇ ਖੁੱਲੇ ਨੇ ਉਹਨਾਂ ਉੱਤੇ ਫਾਈਨ ਇੰਪੋਜ਼ ਕੀਤਾ ਜਾਵੇ? ਉਹ ਐਬਸੋਲੂਟਲੀ। ਸੋ ਅਸੀਂ ਹੁਣ ਇਸ ਵਕਤ ਸਿਟੀ ਆਫ ਬਰੈਂਪਟਨ ਦੇ ਵਿੱਚ ਅਸੀਂ ਇੱਕ ਐਮਰਜੈਂਸੀ ਲੈਵਲ 1 ਤੇ ਹੈਗੇ, ਕਰੰਟਲੀ ਹੈਗੇ ਆ। ਸੋ ਅਸੀਂ ਕੀ ਕਰਦੇ ਹਾਂ ਜੋ ਪ੍ਰੋਵਿੰਸ਼ੀਅਲ ਲੈਵਲ ਹੈ ਐਮਰਜੈਂਸੀ ਦਾ ਉਹ ਅਸੀਂ ਫੋਲੋ ਕਰਦੇ ਹਾਂ। ਸੋ ਉਹਨਾਂ ਨੇ ਇਸ ਵਕਤ ਰੈਕਮੈਂਡ ਕੀਤਾ ਕਿ ਜਿਹੜੇ ਅਸੈਂਸ਼ੀਅਲ ਸਰਵਿਸਿਜ਼ ਉਹੀ ਖੁੱਲ੍ਹੇ ਰਹਿਣ। ਫੋਰ ਐਗਜ਼ਾਮਪਲ ਗਰੋਸਰੀ ਸਟੋਰਸ ਜਾਂ ਆਪਣੇ ਗੈਸ ਸਟੇਸ਼ਨਸ ਵਗੈਰਾ। ਪਰ ਫਿਰ ਵੀ ਅਜੇ ਪ੍ਰੋਵਿੰਸ ਵਾਲੇ ਉਹ ਅਲਾਉ ਕਰ ਰਹੇ ਨੇ ਕਿ 50 ਤੋਂ ਜ਼ਿਆਦਾ ਗੈਦਰਿੰਗਸ ਜੇ ਪ੍ਰਾਈਵੇਟ ਕਿਸੇ ਕੋਈ ਫੰਕਸ਼ਨ ਹੋਵੇ ਉਹ ਅਜੇ ਅਲਾਉ ਕਰਦੇ ਪਏ ਨੇ। ਪਰ ਦੇ ਰੈਕਮੈਂਡਿੰਗ ਸਾਡੇ ਲੋਅਰ ਲੈਵਲ 'ਤੇ, ਸਾਡੇ ਰੀਜਨਲ ਲੈਵਲ 'ਤੇ, ਮਿਊਨਿਸਪਲ ਲੈਵਲ 'ਤੇ ਅਸੀਂ ਸਟਰੋਂਗਲੀ ਰੈਕਮੈਂਡ ਕਰ ਰਹੇ ਹਾਂ ਕਿ 50 ਬੰਦੇ ਤੋਂ ਜ਼ਿਆਦਾ ਤੁਸੀਂ ਇਕੱਠ ਨਾ ਕਰੋ ਤੇ ਆਪਣੇ ਆਪ ਨੂੰ ਆਈਸੋਲੇਟਡ ਰੱਖੋ ਐਜ਼ ਮਚ ਐਜ਼ ਪੋਸੀਬਲ। ਪਰ ਫਿਰ ਵੀ ਸਿਟੀ ਵਾਈਡ ਅਸੀਂ ਆਪਣੇ ਸਾਰੀਆਂ ਫੈਸਿਲਿਟੀਜ਼ ਬੰਦ ਕੀਤੀਆਂ ਨੇ। ਰੈਕਰੀਏਸ਼ਨ ਸੈਂਟਰਸ ਬੰਦ ਕੀਤੇ, ਸਿਟੀ ਹਾਲ ਵੀ ਬੰਦ ਹੈ। ਸਾਰੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਘਰ ਭੇਜ ਦਿੱਤੇ। ਪਰ ਸਾਡੀਆਂ ਜਿਹੜੀਆਂ ਕ੍ਰਿਟੀਕਲ ਸਰਵਿਸਿਜ਼ ਨੇ, ਜਿਹੜੇ ਫਾਇਰ ਤੇ ਐਮਰਜੈਂਸੀ ਸਰਵਿਸਿਜ਼, ਬਰੈਂਪਟਨ ਟ੍ਰਾਂਜ਼ਿਟ ਟ੍ਰੈਫਿਕ ਸਰਵਿਸਿਜ਼, ਬਾਈ ਲਾਅ, ਸਿਕਿਉਰਿਟੀ, ਐਨੀਮਲ ਸਰਵਿਸਿਜ਼, ਉਹ ਅਜੇ ਸਰਵਿਸਿਜ਼ ਅਜੇ ਐਕਟਿਵ ਨੇ ਇਸ ਟਾਈਮ ਤੇ। ਜੀ ਅਗੇਨ ਜਿਸ ਤਰ੍ਹਾਂ ਮੈਂ ਕਾਰ ਡੀਲਰਸ਼ਿਪਸ ਦੀ ਗੱਲ ਕੀਤੀਆਂ ਸੀਗੀਆਂ, ਬਰੈਂਪਟਨ ਦੀ ਕੁਈਨ ਸਟਰੀਟ ਅਗਰ ਅਸੀਂ ਦੇਖੀਏ ਤੇ ਦੇयर ਆਰ ਮਲਟੀਪਲ ਕਾਰ ਡੀਲਰਸ਼ਿਪ ਸਟੋਰਸ, ਦੇ ਆਰ ਓਪਨ। ਹਰ ਘੰਟੇ ਉੱਥੇ ਕਲਾਇੰਟਸ ਆਉਂਦੇ ਨੇ, ਜਿਹੜੇ ਉੱਥੇ EMPLOYEES ਨੇ ਉਹ ਕਲਾਇੰਟਸ ਨੂੰ ਮਿਲਦੇ ਨੇ। ਸੇ ਉਹਨਾਂ ਸੰਬੰਧੀ ਸਿਟੀ ਕੀ ਕਰ ਰਹੀ ਹੈ? ਬਿਕੋਜ਼ ਕਾਰ ਡੀਲਰਸ਼ਿਪ ਐਸੈਂਸ਼ੀਅਲ ਸਰਵਿਸ ਨਹੀਂ ਹੈਗੀ। ਰਾਈਟ ਨਾਓ ਜਿਹੜੀ ਪਾਵਰ ਹੈ ਉਹ ਪ੍ਰੋਵਿੰਸ ਦੇ ਅੰਡਰ ਹੈ। ਸੋ ਅਸੀਂ ਉਹਨਾਂ ਦੇ ਰੈਕਮੈਂਡੇਸ਼ਨਸ ਜਾਂ ਗਾਈਡਲਾਈਨਸ ਫੋਲੋ ਕਰਦੇ ਹਾਂ। ਸੋ ਅਸੀਂ ਇੱਕ ਨੋਟਿਸ ਇਸ਼ੂ ਕੀਤਾ ਸੀਗਾ ਸਾਰੇ ਬਿਜ਼ਨੈਸਿਸ ਨੂੰ ਕਿ ਅਸੀਂ ਸਟਰੋਂਗਲੀ ਰੈਕਮੈਂਡ ਕਰਦੇ ਹਾਂ। ਸਾਡੇ ਕੋਲ ਅਜੇ ਤੱਕ ਉਹ ਪਾਵਰ ਹੈ ਨਹੀਂ ਉਹਨਾਂ ਨੂੰ ਫੋਰਸਫੁਲੀ ਬੰਦ ਕਰਨ ਵਾਸਤੇ। ਜਦੋਂ ਪ੍ਰੋਵਿੰਸ ਆਰਡਰ ਦੇਊਗਾ ਜਾਂ ਈਵਨ ਫੈਡਰਲ ਤੌਰ 'ਤੇ ਆਪਣੀ ਫੈਡਰਲ ਗਵਰਨਮੈਂਟ ਆਰਡਰ ਇਸ਼ੂ ਕਰਨਗੇ ਫਿਰ ਅਸੀਂ ਉਸ ਆਰਡਰ ਨੂੰ ਐਨਫੋਰਸ ਕਰ ਸਕਦੇ ਹਾਂ। ਪਰ ਮਿਊਨਿਸਪਲ ਲੈਵਲ ਰਾਈਟ ਨਾਓ ਅਸੀਂ ਸਿਰਫ ਰੈਕਮੈਂਡੇਸ਼ਨ ਦੇ ਸਕਦੇ ਹਾਂ ਜੀ। ਜੀ ਓਕੇ। ਬਰੈਂਪਟਨ ਵੱਲੋਂ 4 ਟਾਸਕ ਫੋਰਸ ਇੰਟਰੋਡਿਊਸ ਕੀਤੀਆਂ ਗਈਆਂ ਨੇ ਜੋ ਕਿ ਵੱਖ-ਵੱਖ ਇਸ਼ੂਜ਼ ਤੇ ਕੰਮ ਕਰਨਗੀਆਂ। ਕੁਝ ਸੀਨੀਅਰਸ ਨੂੰ ਹੈਲਪ ਕਰਨਗੀਆਂ, ਕੁਝ ਇਕੋਨਮੀ ਦੇ ਉੱਤੇ ਕੰਮ ਕਰਨਗੀਆਂ ਤੇ ਕੁਝ ਯੂਥ ਉੱਤੇ ਕੰਮ ਕਰਨਗੀਆਂ। ਜੇ ਅਸੀਂ ਯੂਥ ਟਾਸਕ ਫੋਰਸ ਦੀ ਗੱਲ ਕਰੀਏ ਕਿ ਉਸ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਸ਼ਾਮਿਲ ਕੀਤੇ ਗਏ ਨੇ, ਕਿਉਂਕਿ ਬਰੈਂਪਟਨ ਇੱਕ ਅਜਿਹੀ ਸਿਟੀ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ। ਐਬਸੋਲੂਟਲੀ। ਐਂਡ ਸੋ ਅਸੀਂ ਕੀ ਕੀਤਾ ਕਿ ਇੱਕ ਸਾਡੇ ਮੇਅਰਸ ਕੋਵਿਡ-19 ਯੂਥ ਸਪੋਰਟ ਟਾਸਕ ਫੋਰਸ ਅਸੀਂ ਸ਼ੁਰੂ ਕੀਤਾ ਆਪਣੇ ਯੂਥ ਦੇ ਇਸ਼ੂਜ਼ ਨੂੰ ਹੈਂਡਲ ਕਰਨ ਵਾਸਤੇ। ਸੋ ਇਸ ਕਮੇਟੀ ਦੇ ਜਿਹੜੇ ਚੇਅਰ ਨੇ ਆਪਣੇ ਹਰਕੀਰਤ ਸਿੰਘ ਨੇ। ਅਸੀਂ ਆਪਣੀ ਜਿਹੜੀ ਬਰੈਂਪਟਨ ਐਮਰਜੈਂਸੀ ਆਪਰੇਸ਼ਨ ਸੈਂਟਰ ਹੈ ਤੇ ਸਿਟੀ ਸਟਾਫ ਦੇ ਨਾਲ ਅਸੀਂ ਯੂਥ ਦੇ ਨਾਲ ਆਪਾਂ ਕੰਮ ਕਰਾਂਗੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ, ਉਹਨਾਂ ਨੂੰ ਇੰਗੇਜ ਕਰਨ ਵਾਸਤੇ ਕਿਉਂਕਿ ਸਾਡੀਆਂ ਫੈਸਿਲਿਟੀ ਸਾਰੀਆਂ ਬੰਦ ਨੇ।
So how do we get in touch with them? ਜਿਹੜੇ ਚਾਈਲਡ ਕੇਅਰ ਸਪੋਰਟਸ ਨੇ ਜਾਂ ਆਪਣੇ ਜਿਹੜੇ ਸ਼ੈਲਟਰਸ ਨੇ ਆਪਣੇ ਹੋਮਲੈਸ ਜਾਂ ਵਲਨਰੇਬਲ ਯੂਥ ਵਾਸਤੇ, ਹਾਊ ਡੂ ਵੀ ਕੀਪ ਦੋਜ਼ ਐਕਟਿਵ ਐਂਡ ਓਪਨ? ਤੇ ਆਪਣੇ ਜਿਹੜੇ ਮੈਂਟਲ ਹੈਲਥ ਇਸ਼ੂਜ਼ ਨੇ ਆਪਣੇ ਬੱਚਿਆਂ ਦੇ, ਵੀ ਗੋਇੰ ਟੂ ਬੀ ਲੁਕਿੰਗ ਐਟ ਦੈਟ। ਤੇ ਹੋਰ ਵੀ ਜਿਹੜੀਆਂ ਕੋਈ ਇੰਗੇਜਮੈਂਟ ਓਪਰਚੁਨਿਟੀਜ਼ ਹੋਣਗੀਆਂ ਇਹਨਾਂ ਨੂੰ ਵੋਲੰਟੀਅਰ ਕਰਨ ਵਾਸਤੇ ਜਾਂ ਹੋਰ ਵੀ ਕਿਸੇ ਸਪੋਰਟਸ ਇਹਨਾਂ ਨੂੰ ਚਾਹੀਦੀਆਂ ਨੇ, ਉਹ ਜਿਹੜਾ ਫਰੇਮਵਰਕ ਅਸੀਂ ਤਿਆਰ ਕਰ ਰਹੇ ਹਾਂ। ਬਟ ਐਟ ਦ ਸੇਮ ਟਾਈਮ ਅਸੀਂ ਅਨਾਊਂਸ ਕੀਤਾ ਕਿ ਤੁਸੀਂ brampton.ca/covid-19 ਤੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਜੇ ਤੁਸੀਂ ਵੋਲੰਟੀਅਰ ਕਰਨਾ ਜਾਂ ਤੁਹਾਨੂੰ ਹੈਲਪ ਦੀ ਸਪੋਰਟ ਦੀ ਲੋੜ ਹੈ ਜਾਂ ਹੋਰ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਦੀ ਲੋੜ ਪਊਗੀ, ਯੂ ਕੈਨ ਚੈੱਕ ਇਟ ਆਊਟ ਐਟ ਦੈਟ ਵੈਬਸਾਈਟ। ਅਸੀਂ ਨਾਲ ਇੱਕ ਸੀਨੀਅਰਸ ਟਾਸਕ ਫੋਰਸ ਵੀ ਸ਼ੁਰੂ ਕੀਤਾ ਜਿੱਥੇ ਅਸੀਂ ਆਪਣੇ ਬ੍ਰੈਂਪਟਨ ਸੀਨੀਅਰਸ ਨੂੰ ਅਸਿਸਟ ਕਰਨਾ, ਕਿਉਂਕਿ ਉਹਨਾਂ ਦੇ ਕਾਫੀ ਵੀ ਹੈਗੇ ਨੇ। ਹੁਣ ਕਰੰਟ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਪਤਾ ਕਿ ਅਸੀਂ ਰეკਮੈਂਡ ਕੀਤਾ ਕਿ ਸਾਰੇ ਲੋਕੀ ਆਪਣੇ ਘਰੇ ਰਹਿਣ, ਐਂਡ ਸੋ ਉਹਨਾਂ ਦੇ ਕਈ ਇਸ਼ੂਜ਼ ਹੈਗੇ ਨੇ ਜਿੱਥੇ ਉਹਨਾਂ ਨੂੰ ਗਰੋਸਰੀ ਸ਼ਾਪਿੰਗ ਦੀ ਹੈਲਪ ਚਾਹੀਦੀ ਹੈ, ਮੈਡੀਕੇਸ਼ਨ ਪਿਕਅਪਸ, ਕਈ ਵਾਰੀ ਲੋਨਲੀਨੈਸ ਕਰਕੇ ਉਹ ਮੈਂਟਲ ਇਸ਼ੂਜ਼ ਕਈ ਆ ਜਾਂਦੇ ਨੇ। ਸੋ ਅਸੀਂ ਇੱਕ ਟਾਸਕ ਫੋਰਸ ਸ਼ੁਰੂ ਕੀਤਾ ਤੇ ਮੈਂ ਉਸ ਦਾ ਚੇਅਰ ਹਾਂ। ਜੇ ਕਿਸੇ ਕੋਲ ਕੋਈ ਇਸ਼ੂ ਹੈ ਜਾਂ ਤੁਹਾਨੂੰ ਕੋਈ ਸੀਨੀਅਰ ਕੋਈ ਜਾਣਦਾ ਜਿਹਨੂੰ ਹੈਲਪ ਦੀ ਲੋੜ ਹੈ ਜਾਂ ਤੁਸੀਂ ਵੋਲੰਟੀਅਰ ਕਰਨਾ ਚਾਹੁੰਦੇ ਹੋ, ਤੁਸੀਂ covid-19 seniors@brampton.ca ਤੇ ਈਮੇਲ ਕਰ ਸਕਦੇ ਹੋ, ਜਾਂ 311 24 ਘੰਟੇ ਪੰਜਾਬੀ ਦੇ ਵਿੱਚ ਤੁਹਾਨੂੰ ਸਰਵਿਸ ਵੀ ਮਿਲ ਸਕਦੀ ਹੈ, ਉਹਨਾਂ ਨੂੰ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਮੈਨੂੰ ਐਨੀ ਟਾਈਮ gurpreet.dhillon@brampton.ca ਤੇ ਈਮੇਲ ਤੁਸੀਂ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਜਾਣਦਾ ਕੋਈ ਵੀ ਸੀਨੀਅਰ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ, ਸਾਨੂੰ ਜ਼ਰੂਰ ਤੁਸੀਂ ਦੱਸਿਓ। ਜੀ ਗੁਰਪ੍ਰੀਤ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਥੈਂਕ ਯੂ।